ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਕਈ ਭਖਵੇਂ ਮੁੱਦਿਆਂ ਬਾਰੇ ਗੱਲਬਾਤ ਕਰਾਂਗੇ, ਜਿਸ ਵਿੱਚ ਨੈਸ਼ਨਲ ਸਿਕਿਉਰਿਟੀ ਐਕਟ ਦੀ ਦੁਰਵਰਤੋਂ ਕਰਕੇ ਕਿਵੇਂ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਤੇ ਪੰਜਾਬ ਅਤੇ ਹਰਿਆਣਾ ਵਿੱਚ ਭਾਜਪਾ ਆਗੂਆਂ ਦਾ ਵਿਰੋਧ ਵੱਧਦਾ ਜਾ ਰਿਹਾ ਤੇ ਇਸ ਦੇ ਨਾਲ ਹੀ ਜਿਹੜਾ ਅੱਜ 5 ਸੂਬਿਆਂ ਵਿੱਚ ਤੀਜੇ ਗੇੜ ਦੀ ਚੋਣ ਪ੍ਰਕਿਰਿਆ ਚੱਲ ਰਹੀ ਹੈ, ਉਸ ਬਾਰੇ ਗੱਲਬਾਤ ਕਰਾਂਗੇ। ਸਾਡੇ ਨਾਲ ਇਹਨਾਂ ਵਿਸ਼ਿਆਂ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਸਰ। ਹਮੀਰ ਸਿੰਘ ਜੀ, ਜੇਕਰ ਗੱਲ ਕਰੀਏ ਭਾਰਤ ਦੇਸ਼ ਦੀ, ਤਾਂ ਨੈਸ਼ਨਲ ਸਿਕਿਉਰਿਟੀ ਐਕਟ ਤਹਿਤ ਜਿਹੜੇ ਹੈ ਵੱਡੀ ਗਿਣਤੀ ਵਿੱਚ ਕੇਸ ਦਰਜ ਕੀਤੇ ਜਾਂਦੇ, ਜਿਨ੍ਹਾਂ ਦੀ ਸਭ ਤੋਂ ਵੱਧ ਗਿਣਤੀ ਯੂਪੀ ਵਿੱਚ ਪਾਈ ਜਾਂਦੀ ਹੈ, ਕਿਉਂਕਿ ਯੂਪੀ 'ਚ ਦੇਸ਼ 'ਚ ਸਭ ਤੋਂ ਵੱਧ ਜਿਹੜੇ NSA ਦੇ ਪਰਚੇ ਦਰਜ ਕੀਤੇ ਗਏ ਨੇ। ਤੇ ਇਸੇ ਬਾਰੇ ਜਿਹੜੇ ਹੁਣੇ ਇੱਕ ਰਿਪੋਰਟ ਆਈ ਹੈ, ਅਸੀਂ ਜਾਣਨਾ ਚਾਹਾਂਗੇ ਉਸ ਰਿਪੋਰਟ ਵਿੱਚ ਕੀ ਹੈ, ਇਹਨਾਂ ਪਰਚਿਆਂ ਨੂੰ ਕਿੰਨਾ ਕੁ ਜਾਇਜ਼ ਦੱਸਿਆ ਗਿਆ ਹੈ ਜਾਂ ਇਹਨਾਂ ਪਰਚਿਆਂ ਜਿਹੜੀ ਹਮੇਸ਼ਾ ਦੁਰਵਰਤੋਂ ਹੁੰਦੀ ਦੇਖੀ ਗਈ ਹੈ। ਅਸਲ ਦੇ ਵਿੱਚ ਸ਼ੁਰੂ ਤੋਂ ਹੀ ਕੁਝ ਐਸੇ ਕਾਨੂੰਨ ਲਗਾਤਾਰ ਬਣਦੇ ਰਹੇ ਨੇ, ਸਰਕਾਰਾਂ ਬਣਾਉਂਦੀਆਂ ਰਹੀਆਂ ਨੇ, ਜਿਹੜੇ ਸੰਵਿਧਾਨ ਦੀ ਬੁਨਿਆਦੀ ਭਾਵਨਾ ਦੇ ਖਿਲਾਫ ਰਹੇ ਨੇ। ਇਸ ਤੋਂ ਪਹਿਲਾਂ ਐਸਵਾਂ ਵੀ ਲੱਗਿਆ, ਇਸ ਤੋਂ ਪਹਿਲਾਂ ਪੋਟਾ ਔਰ ਉਸ ਲੈਵਲ 'ਤੇ ਲਾਗੂ ਕੀਤਾ ਗਿਆ ਸੀ ਪੋਟਾ ਵੀ, ਔਰ ਉਹਨੂੰ ਵੀ ਹੌਲੀ ਹੌਲੀ ਵਾਪਸ ਲੈਣਾ ਪਿਆ। ਪਰ ਉਹਦੀਆਂ ਕਿੰਨੀਆਂ ਹੀ ਕਲੌਜਿਜ ਉਹ UAPA ਦੇ ਵਿੱਚ NIA ਅਤੇ UAPA ਮਿਲ ਕੇ ਆ ਗਿਆ, ਅਤੇ NSA ਜਿਹੜਾ ਆਲਰੇਡੀ ਲੱਗਿਆ ਹੋਇਆ। ਹੁਣ ਕਿਉਂਕਿ ਲੋਕ ਜਨਰਲ ਭਾਵਨਾ ਦੇ ਤੌਰ 'ਤੇ ਇਹਨੂੰ ਕਹਿ ਰਹੇ ਨੇ ਕਿ ਸੰਵਿਧਾਨ ਦੇ ਖਿਲਾਫ ਹੈ, ਪਰ ਹੁਣ ਕੁਝ ਤੱਥ ਸਾਹਮਣੇ ਲਿਆਂਦੇ ਗਏ ਨੇ ਯੂਪੀ ਨਾਲ ਸੰਬੰਧਿਤ। ਖਾਸ ਤੌਰ 'ਤੇ ਇੰਡੀਅਨ ਐਕਸਪ੍ਰੈਸ ਦੀ ਇੱਕ ਰਿਪੋਰਟ ਹੈ, ਜਿਹੜੀ ਇਨਵੈਸਟੀਗੇਟਿਵ ਸਟੋਰੀ ਹੈ, ਉਹ ਇਹ ਕਹਿ ਰਹੀ ਹੈ ਕਿ ਕਿਸ ਢੰਗ ਦੇ ਨਾਲ ਉਹਦਾ ਬਿਨਾਂ ਮਾਈਂਡ ਅਪਲਾਈ ਕੀਤੇ ਲੋਕਾਂ ਨੂੰ ਸਾਲਾਂ ਬੱਧੀ ਜੇਲ੍ਹਾਂ ਦੇ ਵਿੱਚ ਰਹਿਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਹ ਰਿਪੋਰਟ ਇਹ ਦੱਸਦੀ ਹੈ ਕਿ ਜਨਵਰੀ 2018 ਤੋਂ ਲੈ ਕੇ ਦਸੰਬਰ 2020 ਤੱਕ ਲਗਭਗ 3 ਸਾਲ ਦਾ ਇਹ ਸਮਾਂ ਹੈ। ਇਹ 3 ਸਾਲ ਦੇ ਸਮੇਂ ਦੇ ਵਿੱਚ 120 ਬੰਦੇ ਜਿਹੜੇ NSA ਦੇ ਅਧੀਨ ਗ੍ਰਿਫਤਾਰ ਕੀਤੇ, ਔਰ ਉਹ 120 ਕੇਸ ਨੇ। 120 ਕੇਸਾਂ ਦੇ ਵਿੱਚ ਜਦੋਂ ਉਹ ਹਾਈ ਕੋਰਟ ਤੱਕ ਪਹੁੰਚੇ ਨੇ ਕੇਸ ਉਹਦੇ 'ਚੋਂ, ਤਾਂ ਉਹਨਾਂ 120 ਦੇ ਵਿੱਚੋਂ 96 ਕੇਸਾਂ 'ਚ ਹਾਈ ਕੋਰਟ ਨੇ ਇਹ ਪਾਇਆ ਕਿ ਬਿਨਾਂ ਵਜ੍ਹਾ ਲਾਏ ਨੇ, ਇਹਨਾਂ 'ਤੇ ਕੋਈ ਮਾਈਂਡ ਅਪਲਾਈ ਨਹੀਂ ਹੋਇਆ, ਔਰ ਇਹ ਗਲਤ ਲਾਏ ਨੇ, ਠੀਕ ਨਹੀਂ ਹੈ, ਅਤੇ ਇਹ ਬੰਦਿਆਂ ਨੂੰ ਛੱਡਿਆ ਜਾਣਾ ਚਾਹੀਦਾ। ਔਰ ਇਹਦੇ 'ਚ ਸਭ ਤੋਂ ਬੜੀ ਗੱਲ ਇਹ ਹੈ ਕਿ ਜਿਹੜੇ ਬੰਦੇ ਫਸਾਏ ਜਾ ਰਹੇ ਨੇ ਉਹ ਘੱਟ ਗਿਣਤੀ ਨਾਲ ਸੰਬੰਧਿਤ ਨੇ, ਉਹ ਦਲਿਤ ਨੇ, ਉਹ ਟਰਾਈਬਲ ਨੇ, ਉਹ ਇਸ ਲੈਵਲ ਦੇ ਬੰਦੇ ਨੇ ਜਿਹੜੇ ਬਹੁਤ ਜ਼ਿਆਦਾ ਚਾਰਾਜੋਈ ਨਹੀਂ ਕਰ ਸਕਦੇ। ਉਹਨਾਂ ਕੇਸਾਂ ਦੇ ਵਿੱਚੋਂ ਹੀ ਜਿਹੜੀ ਉਹਦੀ ਬਖਰੇਵਾਂ ਕੀਤਾ ਗਿਆ, 41 ਕੇਸ ਇਹੋ ਜਿਹੇ ਨੇ ਜਿਹੜੇ ਕੇਵਲ ਗਊ ਮਾਸ ਖਾਣ ਦੇ ਨਾਲ ਸੰਬੰਧਿਤ, ਮਤਲਬ ਉਸ ਕਾਨੂੰਨ ਦੇ ਉਲੰਘਣਾ ਦੇ ਵਿੱਚ ਦਰਜ ਕਰ ਦਿੱਤੇ ਗਏ ਕਿ ਇਹ ਬੰਦੇ ਗਊ ਮਾਸ ਖਾਧਾ ਇਹਨਾਂ ਨੇ ਜਾਂ ਲਿਆਂਦਾ ਹੈ ਜਾਂ ਜੋ ਵੀ ਕੀਤਾ। ਉਹਦੇ 'ਚੋਂ 30 ਕੇਸ 70% ਮਤਲਬ ਗਲਤ ਪਾਏ ਗਏ। ਉਹਦੇ 'ਚੋਂ ਵੀ ਅੱਗੇ ਜਿਹੜੇ 11 ਬਚੇ ਨੇ, ਅਤੇ 10 ਦੇ ਵਿੱਚ ਅਦਾਲਤਾਂ ਨੇ ਪਹਿਲਾਂ ਹੀ ਜ਼ਮਾਨਤ ਦਿੱਤੀ ਹੈ, ਹੇਠਲੇ ਪੱਧਰ 'ਤੇ ਦਿੱਤੀ ਹੈ। ਮਤਲਬ ਇੱਕੋ ਹੀ ਕੇਸ ਬਚਿਆ ਜਿਹਨੂੰ ਥੋੜ੍ਹਾ ਜਿਹਾ ਉਹ ਕਰ ਸਕਦੇ ਸੀ ਉਸ ਪੱਧਰ ਦੇ ਉੱਤੇ। ਅਤੇ ਜਦੋਂ ਇਸ ਪੱਧਰ ਦੇ ਉੱਤੇ ਕੇਸ ਆਉਂਦੇ ਨੇ ਤਾਂ ਉਹਦੇ ਵਿੱਚ ਇੱਕ ਸਵਾਲ ਖੜ੍ਹਾ ਕੀਤਾ ਗਿਆ ਇਹ ਮੁੜ ਕੇ ਕਿ ਉਸ ਕਾਨੂੰਨ ਦੇ ਮੁਤਾਬਕ, ਨੈਸ਼ਨਲ ਸਿਕਿਉਰਿਟੀ ਐਕਟ ਦੇ ਮੁਤਾਬਕ, ਡਿਸਟ੍ਰਿਕਟ ਮੈਜਿਸਟ੍ਰੇਟ, ਜਿਹਨੂੰ ਅਸੀਂ ਨਾਰਮਲੀ ਕਲੈਕਟਰ ਕਹਿੰਦੇ ਆ, ਡਿਪਟੀ ਕਮਿਸ਼ਨਰ ਕਹਿੰਦੇ ਆ, ਜਿਹਦੇ ਕੋਲ ਡਿਸਟ੍ਰਿਕਟ ਮੈਜਿਸਟ੍ਰੇਟ ਦੇ ਚਾਰਜ, ਜਾਂ ਡਿਵੀਜ਼ਨਲ ਲੈਵਲ ਦੇ ਕਮਿਸ਼ਨਰ ਜਿਹੜਾ, ਜਿਹਦੇ ਕੋਲ ਵੀ ਉਹ ਚਾਰਜ ਹੋਏ ਮੈਜਿਸਟ੍ਰੇਟ ਦਾ, ਡਿਸਟ੍ਰਿਕਟ ਮੈਜਿਸਟ੍ਰੇਟ ਦੀਆਂ ਪਾਵਰਾਂ ਹੋਣ, ਉਹਦੇ ਤੋਂ ਇਹ ਰਿਕਮੈਂਡ ਕਰਾਇਆ ਜਾਂਦਾ ਹੈ, ਅਤੇ ਉਹਦੇ ਸਿਫਾਰਸ਼ ਦੇ ਨਾਲ ਇਹ NSA ਲੱਗਦਾ ਹੈ। ਉਸ ਤੋਂ ਬਾਅਦ ਜਦੋਂ ਪੁਲਿਸ ਕਹਿੰਦੀ ਹੈ, ਉਹ ਕਹਿੰਦੇ ਆ ਵੀ ਬਹੁਤੀਆਂ ਮਾਮਲਿਆਂ 'ਚ ਜੋ ਪੁਲਿਸ ਨੇ ਕਿਹਾ ਡਿਸਟ੍ਰਿਕਟ ਮੈਜਿਸਟ੍ਰੇਟਾਂ ਕੋਲ ਗਿਆ, ਇਹ 32 ਜ਼ਿਲ੍ਹਿਆਂ ਦਾ ਸਵਾਲ ਹੈ, ਕਿਸੇ ਇੱਕ ਜ਼ਿਲ੍ਹੇ ਦਾ ਵੀ ਨਹੀਂ, ਇੱਕ ਡਿਸਟ੍ਰਿਕਟ ਮੈਜਿਸਟ੍ਰੇਟ ਦਾ ਨਹੀਂ, ਦੂਜੇ ਦਾ ਨਹੀਂ, 32 ਜ਼ਿਲ੍ਹਿਆਂ ਦੇ ਨਾਲ ਸੰਬੰਧਿਤ ਕੇਸਾਂ ਦੇ ਵਿੱਚ ਉਹਨਾਂ ਨੇ ਅੱਖਾਂ ਮੀਚ ਕੇ ਉੱਤੇ ਮਤਲਬ ਦਸਤਖਤ ਕਰਦੇ ਰਹੇ ਨੇ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਐਵੇਂ ਡਿਸਟ੍ਰਿਕਟ ਮੈਜਿਸਟ੍ਰੇਟ ਕਿਉਂ ਕਰਦੇ ਨੇ? ਕੀ ਉਹਨਾਂ ਨੂੰ ਆਪਣੀ ਕੁਰਸੀ ਦਾ ਨਹੀਂ ਖਤਰਾ? ਕੀ ਉਹਨਾਂ ਨੂੰ ਨਹੀਂ ਲੱਗਦਾ ਕਿ ਲੋਕ ਅੱਗੇ ਅਦਾਲਤ ਚਲੇ ਜਾਣਗੇ? ਉਹ ਕਹਿੰਦੇ ਕਾਨੂੰਨ ਦੇ ਵਿੱਚ ਇਹ ਸ਼ਾਮਲ ਕਰਨਾ ਗੈਰ ਸੰਵਿਧਾਨਕ ਹੈ, ਕਿਉਂਕਿ ਕਾਨੂੰਨ ਇੱਕ ਕੁਦਰਤੀ ਨਿਆਂ ਦੇ ਸਿਧਾਂਤ 'ਤੇ ਚੱਲਦਾ, ਸੰਵਿਧਾਨ 'ਤੇ, ਕਿ ਜੇ ਬੰਦੇ ਨੂੰ ਕਿਸੇ ਨੂੰ ਗੁਰਜ ਹੈ, ਜੇ ਕਿਸੇ ਬੰਦੇ ਨੂੰ ਕਿਸੇ ਅਫਸਰ ਦੇ ਨਾਲ, ਕਿਸੇ ਈਵਨ ਕਿਸੇ ਦੇ ਖਿਲਾਫ ਕੋਈ ਇਤਰਾਜ਼ ਹੈ, ਤਾਂ ਉਹ ਕਿਤੇ ਨਾ ਕਿਤੇ ਅਦਾਲਤ ਦੇ ਵਿੱਚ ਜਾ ਸਕਦਾ। ਇਸ ਕਾਨੂੰਨ ਦੇ ਵਿੱਚ ਕਲੀਅਰ ਕੱਟ ਹੈ ਕਿ ਡਿਸਟ੍ਰਿਕਟ ਮੈਜਿਸਟ੍ਰੇਟ ਜੋ ਵੀ ਕਾਰਵਾਈ ਕਰੇਗਾ ਉਹ ਕਿਸੇ ਅਦਾਲਤ ਦੇ ਵਿੱਚ ਚੁਣੌਤੀ ਨਹੀਂ ਉਹਨੂੰ ਦਿੱਤੀ ਜਾ ਸਕਦੀ। ਮਤਲਬ ਬੰਦਿਆਂ ਦੀਆਂ ਜ਼ਿੰਦਗੀਆਂ ਤੁਸੀਂ ਬਰਬਾਦ ਕਰ ਦਿਓ,
ਤੁਹਾਡੇ ਤੇ ਕੋਈ ਅਸਰ ਨਹੀਂ ਪਏਗਾ ਕਿਸੇ ਵੀ ਰੂਪ ਦਾ ਕਾਨੂੰਨੀ ਤੌਰ ਤੇ, ਤੁਹਾਨੂੰ ਕੋਈ ਵਾਧਾ ਨਹੀਂ। ਇੱਕ ਇਹ ਇਸ ਕਰਕੇ ਵੀ ਐਕਸਪੋਜ਼ ਹੁੰਦਾ ਕਿ ਕਿਵੇਂ ਡਿਸਟ੍ਰਿਕਟ ਮੈਜਿਸਟ੍ਰੇਟ ਲੈਵਲ ਦੇ ਬੰਦੇ ਜਾਂ ਜਿਹਨਾਂ ਨੂੰ ਨਿਆਂ ਦੀਆਂ ਕੁਰਸੀਆਂ ਤੇ ਬਿਠਾਇਆ ਹੋਇਆ ਹੈ, ਉਹ ਗੌਰਮੈਂਟਾਂ ਦੇ ਪ੍ਰੈਸ਼ਰ ਦੇ ਵਿੱਚ ਜੋ ਵੀ ਗੌਰਮੈਂਟ ਚਾਹੁੰਦੀ ਹੈ, ਜੋ ਪੁਲਿਸ ਦੇ ਰਾਹੀਂ ਚਾਹੁੰਦੀ ਹੈ, ਉਹ ਜਿਵੇਂ ਵੀ ਮਰਜ਼ੀ ਕਰਦੇ ਹੋ। ਇਹ 'ਚ ਇੱਕ ਹੋਰ ਗੱਲ ਜਿਹੜੀ ਖੁਲਾਸਾ ਕੀਤਾ ਗਿਆ ਹੈ ਬੜੇ ਪੱਧਰ ਤੇ ਕਿ ਕਈ ਬੰਦਿਆਂ ਨੂੰ ਜ਼ਮਾਨਤਾਂ ਮਿਲ ਗਈਆਂ ਅਦਾਲਤਾਂ ਦੇ ਵਿੱਚ ਜੀ, ਔਰ ਜ਼ਮਾਨਤਾਂ ਮਿਲ ਗਈਆਂ, ਉਹਨਾਂ ਨੂੰ ਰਿਹਾ ਹੋਣਾ ਚਾਹੀਦਾ ਜੀ, ਪਰ ਉਹ ਸ਼ਰੇਆਮ ਉਹਨਾਂ ਹੀ ਅਦਾਲਤਾਂ 'ਚ ਦੁਬਾਰਾ ਕੇਸ ਜਾਂਦਾ ਤੇ ਉਹਨਾਂ ਦੇ ਦੁਬਾਰਾ ਉਹੀ ਮੁਕੱਦਮਾ ਹੋਰ ਤਰੀਕੇ ਨਾਲ ਲਾਗੂ ਲਾ ਦਿੰਦੇ ਨੇ। ਤੇ ਜ਼ਮਾਨਤ ਮਿਲੀ ਬੰਦਿਆਂ ਨੂੰ ਵੀ ਕਈ ਕੇਸ ਉਹ 'ਚ ਕੋਰਟ ਕੀਤੇ ਨੇ, ਕਿਸੇ ਨੂੰ 200 ਦਿਨ, ਕਿਸੇ ਨੂੰ 300 ਦਿਨ, ਕਿਸੇ ਨੂੰ ਉਦੋਂ ਵੀ ਜ਼ਿਆਦਾ ਮਿਲੀ ਜ਼ਮਾਨਤ ਤੋਂ ਬਾਅਦ ਵੀ ਜੇਲ੍ਹ 'ਚ ਰਹਿਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਜੀ। ਤਾਂ ਇਹ ਕਿਹੜਾ ਜਮਹੂਰੀਅਤ ਦਾ ਤੇ ਇਨਸਾਫ ਦਾ ਜਿਹੜਾ ਤਕਾਜ਼ਾ ਹੁੰਦਾ ਹੈ ਉਹ ਪੂਰੀ ਤਰ੍ਹਾਂ ਹੀ ਰੌਂਦਿਆ ਜਾ ਰਿਹਾ ਹੈ। ਔਰ ਇਸੇ ਕਰਕੇ ਇੱਕ ਵੀ ਇੰਨੇ ਸਮੇਂ ਬਾਅਦ ਜਿਹੜੀਆਂ ਸਾਹਮਣੇ ਆਈਆਂ ਉਹ ਕੇਵਲ ਤੇ ਕੇਵਲ ਇੱਕੋ ਹੀ ਰੈਮੇਡੀ ਹੈ, ਇੱਕੋ ਹੀ ਇਲਾਜ ਹੈ ਉਹਨਾਂ ਕੋਲੇ, ਹੈਬਿਸ ਕਾਰਪਸ ਦਾ। ਹੈਬਿਸ ਕਾਰਪਸ ਉਦੋਂ ਪੈਂਦੀ ਆ ਹਾਈ ਕੋਰਟ 'ਚ ਜਾਂ ਸੁਪਰੀਮ ਕੋਰਟ ਦੇ ਵਿੱਚ ਜਦੋਂ ਕਿਸੇ ਦੀ ਜ਼ਿੰਦਗੀ ਨੂੰ ਖਤਰਾ ਹੁੰਦਾ ਜੀ, ਬਿਲਕੁਲ। ਔਰ ਹਜ਼ਾਰਾਂ ਕੇਸ ਇਹੋ ਜਿਹੇ ਪਏ ਨੇ ਪੈਂਡਿੰਗ ਜਿਹੜੇ ਜਿਨ੍ਹਾਂ ਤੇ ਹੈਬਿਸ ਕਾਰਪਸ ਦੇ ਐਂਗਲ ਤੋਂ ਵੀ ਸੁਣਵਾਈ ਨਹੀਂ ਹੋ ਰਹੀ। ਔਰ ਜੇ ਉਹ ਸੁਣਵਾਈ ਨਹੀਂ ਹੈ ਤਾਂ ਤੁਸੀਂ ਸੜਦੇ ਰਹੋ ਜੇਲ੍ਹ 'ਚ, ਤੁਹਾਡਾ ਕੋਈ ਵਾਲੀ ਵਾਰਸ ਨਹੀਂ, ਤੁਹਾਨੂੰ ਕੋਈ ਨਿਆਂ ਨਹੀਂ ਮਿਲੂਗਾ। ਤੇ ਜੇ ਨਿਆਂ ਦਾ ਇਹ ਹਾਲ ਹੋ ਜਾਏਗਾ ਦੇਸ਼ ਦੇ ਵਿੱਚ ਤਾਂ ਕਿਵੇਂ ਸੰਵਿਧਾਨ ਦੀ ਸਪਿਰਿਟ ਹੈ, ਸੰਵਿਧਾਨ ਲਾਗੂ ਹੋਏਗਾ, ਕਿਵੇਂ ਬਾਕੀ ਚੀਜ਼ਾਂ। ਕਿਹਾ ਜਾ ਰਿਹਾ ਕਿ ਆ ਜਿਹੜਾ 14 ਅਪ੍ਰੈਲ ਨੂੰ ਹੋਣੇ ਡਾਕਟਰ ਬਾਬਾ ਸਾਹਿਬ ਅੰਬੇਦਕਰ ਦਾ ਜਿਹੜਾ ਜਯੰਤੀ ਆ ਰਹੀ ਹੈ ਤੇ ਵੱਡੇ ਪੱਧਰ ਤੇ ਮਨਾਉਣਗੇ ਸੰਵਿਧਾਨ ਦਿਵਸ ਦੇ ਤੌਰ ਤੇ, ਤਾਂ ਉਹ ਸੰਵਿਧਾਨ ਦਿਵਸ ਦੇ ਤੌਰ ਤੇ ਸੰਵਿਧਾਨ ਦੀਆਂ ਤਾਂ ਧੱਜੀਆਂ ਉੱਡ ਰਹੀਆਂ ਨੇ। ਇਹ ਕਾਨੂੰਨ ਜਿਹੜੇ ਇਹੋ ਜਿਹੇ ਕਾਨੂੰਨ ਨੇ ਜਿਨ੍ਹਾਂ ਕਾਨੂੰਨਾਂ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ ਸੰਵਿਧਾਨ ਦੇ ਮਾਮਲੇ 'ਚ, ਔਰ ਕਿੰਨੇ ਲੋਕਾਂ ਨੇ ਚੁਣੌਤੀ ਦਿੱਤੀ ਹੋਈ ਹੈ। ਜੇ ਉਹ ਸੁਪਰੀਮ ਕੋਰਟ ਲੈਵਲ ਤੇ ਪੈਂਡਿੰਗ ਪਏ ਨੇ, ਉਹਨਾਂ ਤੇ ਉਹ ਕਾਨੂੰਨ ਸੰਵਿਧਾਨ ਦੇ ਮੁਤਾਬਕ ਹੈਗੇ ਜਾਂ ਨਹੀਂ ਹੈਗੇ, ਉਹਨਾਂ ਤੇ ਫੈਸਲਾ ਨਹੀਂ ਆਉਂਦਾ, ਤਾਂ ਇਹਦਾ ਮਤਲਬ ਇੱਕ ਖਾਮੋਸ਼ ਲੈਵਲ ਦੀ ਇੱਕ ਅੰਡਰਸਟੈਂਡਿੰਗ ਦਿਖਾਈ ਦਿੰਦੀ ਹੈ ਸਾਰੇ ਪਾਸੇ ਕਿ ਲੋਕਾਂ ਨਾਲ ਜੋ ਮਰਜ਼ੀ ਹੋਵੇ ਤੇ ਕੋਈ ਫਰਕ ਨਹੀਂ ਪੈਂਦਾ, ਕਿਤੇ ਨਿਆਂ ਦਾ ਕੋਈ ਤੰਤਰ ਸਾਡੇ ਕੋਲ ਨਹੀਂ ਬਚਿਆ। ਇਸ ਲਈ ਇਸ ਐਂਗਲ ਤੋਂ ਇਹ ਬਹੁਤ ਖਤਰਨਾਕ ਹੈ। ਇਹਦੇ ਤੇ ਜਿਹੜੇ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਨੇ ਜਦੋਂ ਉਹ ਬੋਲਦੇ ਨੇ ਉਹ 'ਤੇ ਵੀ NSA ਲਾ ਦਿੱਤਾ ਜਾਂਦਾ, ਤਾਂ ਬੋਲਣ ਵਾਲਾ ਜਦੋਂ ਕੋਈ ਨਹੀਂ ਬਚੂਗਾ ਤਾਂ ਫਿਰ ਲੋਕਾਂ ਦਾ ਘਾਣ ਹੋਣਾ, ਫਰੀਡਮ ਆਫ ਐਕਸਪ੍ਰੈਸ਼ਨ ਕਿੱਥੇ ਜਾਊਗਾ, ਜ਼ਿੰਦਗੀ ਦੇ ਅਧਿਕਾਰ ਕਿੱਥੇ ਜਾਊਗਾ, ਸਭ ਨੂੰ ਬਰਾਬਰ ਦੇ ਮੌਕਿਆਂ ਦਾ ਅਧਿਕਾਰ ਕਿੱਥੇ ਜਾਊਗਾ। ਉਹ ਸਾਰੇ ਅਧਿਕਾਰ ਇਹਦੇ ਦਾਇਰੇ ਦੇ ਵਿੱਚ ਆ ਕੇ ਦਮ ਤੋੜ ਜਾਂਦੇ ਨੇ ਜੇਕਰ ਇਹ ਇਸ ਲਈ ਇਸ ਇਸ਼ੂ ਨੂੰ ਬੜਾ ਸੀਰੀਅਸਲੀ ਦੇਸ਼ ਦੇ ਵਿੱਚ ਲਿਆ ਜਾਣਾ ਚਾਹੀਦਾ ਤੇ NSA ਤੇ UAPA ਤੇ NIA ਵਰਗੇ ਜਿਹੜੇ ਕਾਨੂੰਨ ਨੇ ਉਹਨਾਂ ਦੇ ਖਿਲਾਫ ਇੱਕ ਵੱਡੇ ਪੱਧਰ ਤੇ ਲੋਕ ਰਾਏ ਬਣਾਉਣ ਦੀ ਲੋੜ ਹੈ। ਜੀ, ਹਮੀਰ ਸਿੰਘ ਜੀ, ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਲੰਘੇ ਦਿਨ ਜਿਹੜਾ ਸੀ ਅਸਤੀਫਾ ਦੇ ਦਿੱਤਾ। ਇਹਨਾਂ ਦੇ ਅਸਤੀਫੇ ਨੂੰ ਲੈ ਕੇ ਜਿਹੜਾ ਹੈਗਾ ਕਈ ਤਰ੍ਹਾਂ ਦੇ ਸਵਾਲ ਜਿਹੜੇ ਆ ਖੜੇ ਹੋ ਰਹੇ ਨੇ। ਅਸੀਂ ਜਾਣਨਾ ਚਾਹਾਂਗੇ ਵੀ ਕਿ ਇਹ ਪੂਰਾ ਮਾਮਲਾ ਕੀ ਹੈ। ਇਹ ਵੀ ਅਸਲ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਇੱਕ ਗੱਠਜੋੜ ਹੈ ਜਿਹਨੂੰ ਨਾਪਾਕ ਗੱਠਜੋੜ ਕਹਿੰਦੇ ਸੀਗੇ ਸਿਆਸਤਦਾਨਾਂ ਦੇ ਵਿੱਚ, ਪੁਲਿਸ ਦੇ ਵਿੱਚ ਤੇ ਅਪਰਾਧੀਆਂ ਦੇ ਵਿੱਚ। ਵੈਸੇ ਤਾਂ ਜਿਹੜੇ ਦੇਸ਼ ਦੇ ਵਿੱਚ ਆ 2019 ਦੀ ਲੋਕ ਸਭਾ ਚੋਣ ਹੋ ਰਹੀ ਹੈ, ਹੋਈ ਹੈ, ADR ਦੀ ਜਿਹੜੀ ਰਿਪੋਰਟ ਹੈ ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਿਫਾਰਮ ਦਾ ਜਿਹੜਾ ਸਵਾਲ ਹੈ, 43% ਮੈਂਬਰ ਪਾਰਲੀਮੈਂਟਾਂ ਦੇ ਉੱਤੇ ਕ੍ਰਿਮੀਨਲ ਮੁਕੱਦਮੇ ਨੇ। ਜਿਹੜੇ ਬੰਦੇ ਕਾਨੂੰਨ ਬਣਾਉਣ ਵਾਲੇ ਨੇ ਜੇ ਉਹ ਅਪਰਾਧੀ ਮੁਕੱਦਮਿਆਂ ਦੇ ਵਿੱਚ ਸ਼ਾਮਲ ਨੇ ਤਾਂ ਅੱਗੇ ਕਾਨੂੰਨ ਲਾਗੂ ਕਰਨ ਵਾਲਾ ਵੀ ਤਾਂ ਫਿਰ ਉਹੋ ਜਿਹੇ ਹੋਣਗੇ, ਉਹਨਾਂ 'ਚੋਂ ਐਗਜ਼ੈਕਟਿਵ ਬਣਦੀ ਹੈ, ਉਹਨਾਂ 'ਚੋਂ ਅੱਗੇ ਆਉਂਦੇ ਨੇ, ਉਹੀ ਪੋਸਟਾਂ ਟਰਾਂਸਫਰਾਂ ਕਰਦੇ ਨੇ, ਉਹੀ ਸਾਰੀਆਂ ਚੀਜ਼ਾਂ ਕਰਦੇ ਨੇ। ਔਰ ਇਸੇ ਕਰਕੇ ਇਹ ਹੈ ਕਿ 1993 ਦੇ ਵਿੱਚ ਵੋਹਰਾ ਕਮੇਟੀ ਰਿਪੋਰਟ ਬਣੀ ਸੀ NN ਵੋਹਰਾ ਦਾ ਜਿਹੜੇ ਮਾਮਲੇ 'ਚ, ਉਹਨਾਂ ਨੇ ਵੀ ਇਸ ਨੈਕਸਸ ਨੂੰ ਤੋੜਨ ਲਈ ਕਿੰਨੇ ਸੁਝਾਅ ਉਸ ਕਮੇਟੀ ਨੇ ਉਸ ਪੱਧਰ ਦੇ ਉੱਤੇ ਦਿੱਤੇ ਸੀਗੇ। ਔਰ ਲਗਾਤਾਰ ਕੋਰਟਾਂ ਵੀ ਕਈ ਟਿੱਪਣੀਆਂ ਕਰਦੀਆਂ ਆਈਆਂ ਨੇ ਇਸ ਮਾਮਲੇ ਦੇ ਵਿੱਚ। ਇਹ ਮਾਮਲਾ ਅਸਲ 'ਚ ਇੰਨਾ ਕੁ ਸੀ ਜਦੋਂ ਇਸ ਵੱਡੇ ਦਾਇਰੇ ਦੇ ਵਿੱਚ ਦੇਖਦੇ ਹਾਂ ਕਿ ਜਿਹੜਾ ਮੁਕੇਸ਼ ਅੰਬਾਨੀ ਦੇ ਗੇਟ ਜਿਹੜੇ ਘਰ ਤੋਂ ਥੋੜ੍ਹਾ ਜਿਹਾ ਦੂਰ ਜਿਹੜਾ ਉਹਦਾ ਬੜਾ ਵੱਡਾ ਮਹਿਲ ਹੈ, ਕਹਿੰਦੇ ਨੇ 600 ਕਰੋੜ ਰੁਪਈਆ ਖਰਚ ਕੀਤਾ ਐਂਟੀਲਾ ਜਿੱਥੇ ਹੈ, ਉਹਦੇ ਕੋਲੇ ਇੱਕ ਵਿਸਫੋਟਕ ਸਮੱਗਰੀ ਵਾਲੀ ਇੱਕ ਵੈਨ ਮਿਲੀ ਤੇ ਇੱਕ ਬੰਦੇ ਦਾ ਉਸ ਵੈਨ ਦੇ ਮਾਲਕ ਦਾ ਜਿਹੜਾ ਉੱਥੇ ਕਤਲ ਹੋਇਆ ਮਿਲਿਆ, ਮਤਲਬ ਜਾਂ ਸੁਈਸਾਈਡ ਸੀ ਜਾਂ ਕਤਲ, ਅਜੇ ਜਾਂਚ ਦਾ ਜਿਹੜਾ ਸਵਾਲ ਹੈ। ਉਸ ਮਾਮਲੇ ਦੇ ਵਿੱਚ ਇੱਕ ਬਹੁਤ ਛੋਟੇ ਲੈਵਲ ਦਾ ਅਫਸਰ ਫੜਿਆ ਗਿਆ। ਚਲਦੇ ਚਲਦੇ ਜਾਂਚ ਰੌਲਾ ਪੈ ਗਿਆ, ਮਹਾਰਾਸ਼ਟਰ ਪੁਲਿਸ ਕਰੇ ਜਾਂ ਮਤਲਬ CBI ਕੋਲ ਜਾਣੀ ਚਾਹੀਦੀ ਹੈ, NIA ਕੋਲ। NIA ਦੇ ਚਲਦੇ ਚਲਦੇ ਉਹਨਾਂ ਨੇ ਇੱਕ ਜਿਹੜਾ ਮੁੰਬਈ ਦਾ ਕਮਿਸ਼ਨਰ ਪਰਮਵੀਰ ਸਿੰਘ ਉਹ ਬਦਲ ਦਿੱਤਾ। ਪਰਮਵੀਰ ਨੇ ਆਪਣਾ ਬਚਾਅ ਕਰਦਿਆਂ ਇਹ ਕਿਹਾ ਕਿ ਹੋਮ ਮਿਨਿਸਟਰ ਨੇ ਇਹਨਾਂ ਚੀਜ਼ਾਂ ਦੇ ਵਿੱਚ ਇਨਵੋਲਵ ਨੇ, ਹੋਮ ਮਿਨਿਸਟਰ ਕਰਪਟ ਵੀ ਨੇ, ਬਾਕੀ ਚੀਜ਼ਾਂ ਨੇ, ਜੇ ਉਹ ਕੀਤਾ। ਉਦੋਂ ਤਾਂ ਉਹਨਾਂ ਨੇ ਸੁਣਵਾਈ ਨਹੀਂ ਕੀਤੀ ਤੇ ਸੁਣਵਾਈ ਨਹੀਂ ਕੀਤੀ ਤੇ ਉਹ ਕੋਰਟ ਚਲਾ ਗਿਆ। ਸੁਪਰੀਮ ਕੋਰਟ ਨੇ ਕਹਿਤਾ ਹਾਈ ਕੋਰਟ ਜਾਓ, ਹਾਈ ਕੋਰਟ ਨੇ ਸੁਣਵਾਈ ਕਰਦੇ ਕਰਦੇ ਇਹ ਕਹਿਤਾ
ਕਿ ਇਹਦੀ ਜਾਂਚ CBI ਕਰੂਗੀ। ਜੀ ਤਾਂ ਦੇਸ਼ਮੁਖ ਨੇ ਅਸਤੀਫਾ ਦਿੱਤਾ ਕਿ ਮੈਂ ਨੈਤਿਕ ਆਧਾਰ ਤੇ ਅਸਤੀਫਾ ਦੇਣਾ। ਨੈਤਿਕਤਾ ਕਿੱਥੇ ਬਚੀ ਹੈ? ਨੈਤਿਕਤਾ ਦਾ ਮਤਲਬ ਉਦੋਂ ਸੀ ਜਦੋਂ ਪਹਿਲਾਂ ਹੀ ਐਲੀਗੇਸ਼ਨ ਲੱਗਿਆ, ਜਾਂ ਤਾਂ ਤੁਸੀਂ ਉਦੋਂ ਅਸਤੀਫਾ ਦੇ ਦਿੰਦੇ ਹੈ ਨਾ। ਨੈਤਿਕਤਾ ਤਾਂ ਨਹੀਂ ਬਚੀ। ਪਰ ਦੂਜੇ ਨਾਲ ਦੀ ਨਾਲ ਇਹ ਹੈ ਕਿ ਪੁਲਿਸ ਕਮਿਸ਼ਨਰ ਤੇ ਮੰਤਰੀ ਤੇ ਹੇਠਲੇ ਲੈਵਲ ਦੇ KSI ਲੈਵਲ ਤੱਕ ਦੇ ਅਧਿਕਾਰੀ ਤੇ ਉਹਦੇ ਨਾਲ ਜਿਨ੍ਹਾਂ ਨੇ ਕੋਈ ਕਤਲ ਕੀਤਾ, ਅਪਰਾਧ ਜਿਸ ਲੈਵਲ ਦਾ ਜੁੜਿਆ ਹੋਇਆ ਹੈ, ਤਾਂ ਉਹ ਕਿਸ ਲੈਵਲ ਦਾ, ਇਹ ਇੱਕ ਕੇਸ ਦਾ ਮਾਮਲਾ ਨਹੀਂ ਹੈ, ਇਹੋ ਜਿਹੇ ਸੈਂਕੜੇ ਕੇਸ ਨੇ। ਨਹੀਂ ਤਾਂ ਅਪਰਾਧੀ ਇੰਨਾ ਸਿਰ ਚੁੱਕ ਕੇ ਨਹੀਂ ਸਕਦੇ ਜੇ ਪੁਲਿਸ ਦਾ ਤੇ ਅਪਰਾਧੀਆਂ ਦਾ ਤੇ ਸਿਆਸਤਦਾਨਾਂ ਦਾ ਗੱਠ ਜੋੜਨਾ ਹੋਵੇ। ਉਹ ਹਿੰਦੀ ਫਿਲਮਾਂ ਦੇ ਵਾਂਗ ਜਿਵੇਂ ਬੰਦਾ ਸਿਆਸਤਦਾਨ ਜਿਹੜਾ ਅਪਰਾਧੀ ਹੈ ਤੇ ਉਹ MLA MP ਵੀ ਬਣ ਜਾਂਦਾ ਹੈ, ਫਿਰ ਉਹ ਸਾਰਿਆਂ ਨੂੰ ਅੰਦਰੋਂ ਹੀ ਸਾਰੀ ਸਰਕਾਰ ਵੀ ਚਲਾਉਂਦਾ ਹੈ। ਇਹ ਉਹੋ ਜਿਹੇ ਹਾਲਾਤ ਸਾਡੇ ਸਾਹਮਣੇ ਪੈਦਾ ਹੋ ਗਏ ਨੇ। ਔਰ ਉਹ ਇੱਕ ਤਾਂ ਇਲਾਹਾਬਾਦ ਹਾਈ ਕੋਰਟ ਨੇ ਇੱਕ ਜੱਜਮੈਂਟ ਦਿੱਤੀ ਸੀ, ਬਾਅਦ ਦੇ ਵਿੱਚ ਸੁਪਰੀਮ ਕੋਰਟ ਦੇ ਦਖਲ ਨਾਲ ਉਹਦੇ 'ਚ ਸੋਧ ਕੀਤੀ ਗਈ ਵੀ ਨਹੀਂ ਇੰਨਾ ਸਖਤ ਹੈ ਇਹ ਨਹੀਂ ਕਹਿੰਦੇ। ਉਹਨੇ ਤਾਂ ਇਹ ਟਿੱਪਣੀ ਕੀਤੀ ਸੀ ਬੜੀ ਸਖਤ। ਉਹ ਕਹਿੰਦੇ ਸੀ ਦੇਸ਼ ਦੇ ਵਿੱਚ ਵਰਦੀਧਾਰੀ ਪੁਲਿਸ ਇੱਕ ਇਹੋ ਜਿਹੇ ਗੁੰਡਾ ਗਰੋਹ ਵਰੋਂ ਵਿੱਚ ਰਹੀ ਹੈ ਜਿਹੜੀ ਲੋਕਾਂ ਦੇ ਟੈਕਸਾਂ ਤੇ ਪਲਦੀ ਹੈ। ਜੀ ਐਡੀ ਸਖਤ ਟਿੱਪਣੀ ਇੱਕ ਹਾਈ ਕੋਰਟ ਨੇ ਮਤਲਬ ਔਨ ਰਿਕਾਰਡ ਉਸ ਲੈਵਲ ਤੇ ਕੀਤੀ ਸੀ। ਔਰ ਇਹ ਸਾਰੇ ਨੈਕਸਸ ਨੂੰ ਤੋੜਨ ਦੇ ਲਈ ਕੁਝ ਨਹੀਂ ਹੋ ਰਿਹਾ। ਪਾਰਟੀਆਂ ਅਪਰਾਧੀਆਂ ਨੂੰ ਟਿਕਟਾਂ ਦਿੰਦੀਆਂ ਨੇ ਔਰ ਦੂਜੀ ਪਾਰਟੀ 'ਚ ਉਹ ਭ੍ਰਿਸ਼ਟ ਹੈ ਤੇ ਆਪਣੀ ਪਾਰਟੀ 'ਚ ਕਿਸੇ 'ਚ ਵੀ ਚਲਾ ਗਿਆ ਤੇ ਉਹ ਕਲੀਨ ਬਣ ਜਾਂਦਾ, ਸਾਫ਼ ਹੋ ਜਾਂਦਾ ਹੈ। ਪ੍ਰਸ਼ਾਸਨਿਕ ਤੰਤਰ ਦੇ ਵਿੱਚ ਪੋਸਟਿੰਗ ਔਰ ਨਿਯੁਕਤੀਆਂ ਇਸ ਆਧਾਰ ਤੇ ਹੁੰਦੀਆਂ ਨੇ ਕਿ ਉਹ ਕਾਨੂੰਨ ਦੀ ਬਜਾਏ ਸੱਤਾਧਾਰੀ ਹੁਕਮਰਾਨ ਦੇ ਇਸ਼ਾਰੇ ਤੇ ਚੱਲੂਗਾ ਤਾਂ ਉਹ ਠੀਕ ਹੈ। ਇਸੇ ਕਰਕੇ ਸੰਸਥਾਵਾਂ ਮਰ ਰਹੀਆਂ ਨੇ ਦੇਸ਼ ਦੀਆਂ। ਸੰਸਥਾਵਾਂ ਮਰਨ ਦੇ ਕਰਕੇ ਲੋਕਾਂ ਦੇ ਇਨਸਾਫ ਦੇ ਰਸਤੇ ਬੰਦ ਹੋ ਰਹੇ ਨੇ। ਸੰਸਥਾਵਾਂ ਮਰਨ ਦੇ ਕਰਕੇ ਇਸੇ ਲਈ ਜਿਹੜੇ ਇਸ ਲੈਵਲ ਦੇ ਵੱਡੇ ਸਕੈਂਡਲ ਨੇ ਉਹ ਸਾਹਮਣੇ ਨਹੀਂ ਆ ਰਹੇ। ਔਰ ਇਹ ਅੰਬਾਨੀ ਦੇ ਮਾਮਲੇ ਦੇ ਵਿੱਚ ਚੀਜ਼ਾਂ ਸਾਹਮਣੇ ਆਈਆਂ ਨੇ। ਬਾਕੀ ਵੀ ਤਾਂ ਲੋਕ ਅਪੀਲਾਂ ਕਰਦੇ ਹੋਣਗੇ, ਕੋਈ ਨਹੀਂ ਪੁੱਛਦਾ ਸੀ ਕਿਉਂਕਿ ਇਹ ਚੁੱਪਰੋ ਪੈ ਗਈ। ਇਹਦੇ ਵਿੱਚ ਵੀ ਸਿਆਸੀ ਸਕੋਰ ਸੈਟਲ ਕਰਨੇ ਨੇ ਜਾਂ ਇਹਦੇ 'ਚ ਕੋਈ ਰੀਅਲ ਗੱਲ ਨਿਕਲੂਗੀ, ਅਜੇ ਕੁਝ ਨਹੀਂ ਕਿਹਾ ਜਾ ਸਕਦਾ ਉਸ ਮਾਮਲੇ 'ਚ। ਜੀ ਹਮੀਰ ਸਿੰਘ ਜੀ, ਇਹ ਤਾਂ ਸੀ ਕਿਵੇਂ ਜਿਹੜਾ ਹੈਗਾ ਕਾਨੂੰਨਾਂ ਦੀ ਦੁਰਵਰਤੋਂ ਕਰਦੇ ਆ, ਸੰਵਿਧਾਨ ਦੀ ਧੱਜੀਆਂ ਉਡਾਈਆਂ ਜਾ ਰਹੀਆਂ ਨੇ। ਜੇਕਰ ਗੱਲ ਕਰੀਏ ਕਿਸਾਨੀ ਦੀ, ਵੀ ਕਿਸਾਨ ਜਿਹੜਾ ਹੈ ਪਿਛਲੇ 4 ਮਹੀਨਿਆਂ ਤੋਂ ਸੰਘਰਸ਼ ਕਰ ਰਿਹਾ, ਦਿੱਲੀ ਦੀ ਬਰੂਹਾਂ ਤੇ ਬੈਠਾ, ਤੇ ਇਸੇ ਦੇ ਰੌਂ ਵਜੋਂ ਜਿਹੜਾ ਹੈਗਾ ਕਿਸਾਨ ਜਥੇਬੰਦੀਆਂ ਦੇਸ਼ ਭਰ ਦੇ ਵਿੱਚ ਭਾਜਪਾ ਦਾ ਵਿਰੋਧ ਕੀਤਾ ਜਾ ਰਿਹਾ। ਅੱਜ ਦੀ ਗੱਲ ਕਰੀਏ ਤਾਂ ਹਰਿਆਣੇ ਦੇ ਵਿੱਚ ਵੱਡੇ ਪੱਧਰ ਤੇ ਭਾਜਪਾ ਆਗੂਆਂ ਦਾ ਵਿਰੋਧ ਕੀਤਾ ਗਿਆ ਤੇ ਇਹਦੇ ਨਾਲ ਹੀ ਜਿਹੜਾ ਹੈਗਾ ਕੇਂਦਰ ਸਰਕਾਰ ਨੇ ਪੰਜਾਬ 'ਚ ਕਣਕ ਦੀ ਖਰੀਦ ਲਈ ਜਿਹੜਾ ਹੈਗਾ CCL ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਨੂੰ ਕਿਵੇਂ ਸਮਝਿਆ ਜਾ ਸਕਦਾ ਵੀ ਕਿ ਕਿਸਾਨਾਂ ਨੂੰ ਜਿਹੜਾ ਹੈਗਾ ਮਨਾਉਣ ਲਈ ਜਿਹੜਾ ਹੈਗਾ ਸਰਕਾਰ ਨੇ ਇੱਕ ਪਹਿਲ ਕਦਮੀ ਕੀਤੀ ਹੈ? ਇਸ ਨੂੰ ਕਿਵੇਂ ਦੇਖੋਗੇ ਤੁਸੀਂ? ਨਹੀਂ, ਅਸਲ 'ਚ ਅੰਦੋਲਨ ਤਾਂ ਅਲੱਗ ਗੱਲ ਤੇ ਹੋ ਰਿਹਾ। ਅੰਦੋਲਨ 3 ਕਾਨੂੰਨਾਂ ਤੇ ਹੋ ਰਿਹਾ, MSP ਦੀ ਖਰੀਦ ਦੀ ਗਰੰਟੀ ਤੇ ਹੋ ਰਿਹਾ। ਇਹ ਤਾਂ ਕੇਂਦਰ ਸਰਕਾਰ ਰਾਜ ਸਰਕਾਰ ਦੇ ਖਿਲਾਫ ਜਾਂ ਇੱਕ ਇਹੋ ਜਿਹਾ ਮਾਹੌਲ ਪੈਦਾ ਕਰਕੇ ਇਹ ਟਰਾਈ ਕਰਦੇ ਆ ਲਗਾਤਾਰ ਵੀ ਤੁਸੀਂ ਸਮਝੋ, ਨਹੀਂ ਤਾਂ ਅਸੀਂ ਐਵੇਂ ਕਰਾਂਗੇ, ਸਾਡੇ ਮੁਤਾਬਕ ਚੱਲੋ। ਕਿਸਾਨਾਂ ਨੂੰ ਵੀ ਚੁਣੌਤੀ ਔਰ ਰਾਜ ਸਰਕਾਰਾਂ ਨੂੰ ਵੀ। ਰਾਜ ਸਰਕਾਰਾਂ ਦੇ ਹੱਕ ਖੋਹ ਕੇ ਆਪਣੇ, ਪਰ ਕੇਂਦਰ ਸਰਕਾਰ ਵੀ ਕਿੰਨੀ ਕੁ ਚਿਰ ਅਫੋਰਡ ਕਰੂਗਾ? ਆਫਟਰ ਆਲ ਕੇਂਦਰ ਸਰਕਾਰ ਤੇ ਰਾਜ ਸਰਕਾਰਾਂ ਇੱਕ ਸੰਵਿਧਾਨ ਦੇ ਮੁਤਾਬਕ ਚੱਲਦੀਆਂ ਨੇ। ਕੇਂਦਰ ਕਿਹੜਾ ਪੈਸਾ ਆਪਦੇ ਘਰੋਂ ਲਿਆ ਰਿਹਾ? ਕਿਹਦੇ ਘਰੋਂ ਪੈਸਾ ਆ ਰਿਹਾ? ਲੋਕਾਂ ਦੇ ਟੈਕਸਾਂ ਦਾ ਪੈਸਾ ਹੈ। ਬਿਲਕੁਲ। ਤੇ ਇਹ CCL ਲਿਮਟ 21,600 ਕੁਛ ਕਰੋੜ ਰੁਪਏ ਦੀ ਜਿਹੜੀ ਰਿਲੀਜ਼ ਹੋਈ ਹੈ, ਇਹ ਕੇਂਦਰ ਨੂੰ ਹੀ ਜਾਣੀ ਹੈ ਕਣਕ। ਉਹਦੇ ਸੈਂਟਰਲ ਪੂਲ ਦੇ ਵਿੱਚ ਜਾਣੀ ਹੈ ਤੇ ਇੱਥੇ ਪੰਜਾਬ ਨਾਲ ਤਾਂ ਉਹਦਾ ਕੋਈ ਲਾਗਾ ਦੇਗਾ ਵੈਸੇ ਨਹੀਂ ਹੈ। ਪੰਜਾਬ ਇੱਕ ਫੈਸਿਲੀਟੇਸ਼ਨ ਕਰ ਰਿਹਾ ਤੇ ਠੀਕ ਹੈ, ਖਰੀਦ ਕੇ ਕੇਂਦਰ ਨੂੰ ਅਨਾਜ ਦੇ ਰੂਪ 'ਚ ਦੇ ਰਿਹਾ। ਹਰ ਵਾਰ ਕਈ ਸਾਲਾਂ ਤੋਂ ਐਵੇਂ ਹੀ ਕਰ ਰਹੀ ਹੈ, ਲਟਕਾ ਕੇ ਕੁਝ ਚੀਜ਼ਾਂ ਮਨਾ ਲੀਆਂ, ਉਦੋਂ ਬਾਅਦ ਰਿਲੀਜ਼ ਕਰਤੀ। ਹੁਣ ਵੀ ਇਹ ਇਸੇ ਤਰੀਕੇ ਦੇ ਨਾਲ ਕੀਤੀ ਗਈ ਹੈ। ਚਲੋ ਇੱਕ ਰੇੜਕਾ ਹਟਿਆ ਹਜੇ 10 ਤਰੀਕ ਤੋਂ ਉਹਨਾਂ ਨੇ ਰੱਖੀ ਹੋਈ ਹੈ ਖਰੀਦ। ਮੈਨੂੰ ਤਾਂ ਇਹ ਵੀ ਨਹੀਂ ਸਮਝ ਆਈ ਤੁਸੀਂ 1 ਤੋਂ ਕਿਉਂ ਨਹੀਂ ਰੱਖੀ, 10 ਤੋਂ ਕਿਉਂ ਰੱਖੀ ਹੈ? ਤਾਂ 10 ਤੋਂ ਇਸ ਲੈਵਲ ਦੀ ਇੱਕ ਗੱਲ ਹੋ ਜਾਏਗੀ। ਪਰ ਜਿਹੜਾ ਵੱਡਾ ਮੁੱਦਾ ਸੰਘਰਸ਼ ਦਾ, ਉਹ ਵੱਡਾ ਮੁੱਦਾ ਉਵੇਂ ਦੀ ਉਵੇਂ ਹੈ ਔਰ ਉਹਦੇ ਤੇ ਅਜੇ ਤੱਕ ਗੱਲਬਾਤ ਵੀ ਨਹੀਂ ਹੋ ਰਹੀ। 22 ਜਨਵਰੀ ਤੋਂ ਤੁਸੀਂ ਦੇਖੋ, ਹੁਣ 4.5 ਮਹੀਨੇ ਤਾਂ ਦਿੱਲੀ ਦੇ ਵਿੱਚ ਬੈਠਿਆਂ ਨੂੰ ਹੋ ਗਏ ਤੇ 22 ਜਨਵਰੀ ਤੋਂ ਬਾਅਦ ਗੱਲਬਾਤ ਵੀ ਲਗਾਤਾਰ ਟੁੱਟੀ ਹੋਈ ਹੈ। ਰਾਕੇਸ਼ ਟਕੈਤ ਗੁਜਰਾਤ 'ਚ ਜਾ ਕੇ ਆਏ ਨੇ ਮੋਦੀ ਦੇ ਸਾਰੇ ਜਿਹੜਾ ਆਪਣੀ ਸਟੇਟ ਹੈ ਜਿਹਦੇ 'ਚ ਹੈ, ਔਰ ਉੱਥੇ ਦੇ ਲੋਕਾਂ ਨੂੰ ਵੀ ਕਿਹਾ ਕਿ ਤੁਹਾਨੂੰ ਅੰਦੋਲਨ 'ਚ ਆਉਣਾ ਪੈਣਾ ਤੇ ਤੁਹਾਨੂੰ ਪਟੇਲ ਔਰ ਗਾਂਧੀ ਦੇ ਜਿਹੜੇ ਕਿਸਾਨੀ ਲਈ ਅੰਦੋਲਨ ਹੋਏ ਸੀ ਉਹਦੇ ਮੁਤਾਬਕ ਤੁਹਾਨੂੰ ਵੀ ਅੱਗੇ ਆਉਣ ਦੀ ਲੋੜ ਪੈਣੀ ਹੈ। ਔਰ ਇਸੇ ਕਰਕੇ ਇਹ ਹੈ ਕਿ ਜਿਹੜਾ ਇੱਥੇ ਸੀਗਾ MLA ਅਨੁਰਾਗ ਦਾ ਜਿਹੜੇ ਕੱਪੜੇ ਲਾਏ ਉਦੋਂ ਅਬੋਹਰ ਦੇ ਵਿੱਚ, ਤਾਂ ਕਿਸਾਨਾਂ ਨੇ ਉੱਥੇ ਵੀ ਬੜੀ ਵੱਡੀ ਇੱਕ ਮਹਾਪੰਚਾਇਤ ਕੀਤੀ ਹੈ। ਲੀਡਰਾਂ ਨੇ ਆ ਕੇ ਇਹ ਕੋਸ਼ਿਸ਼ ਕੀਤੀ ਹੈ
ਕਿ ਸਾਰੇ ਲੋਕ ਉਹਨਾਂ ਦੇ ਨਾਲ ਨੇ ਲੋਕਾਂ ਦੇ, ਤੇ ਤੁਸੀਂ ਉਹਨਾਂ ਨੂੰ ਉਕਸਾਓ ਨਾ, ਉੱਥੇ ਤੱਕ ਨਾ ਪਹੁੰਚਾਓ ਲਿਜਾ ਕੇ ਕਿ ਲੋਕ ਹਿੰਸਾ ਤੇ ਉਤਾਰੂ ਹੋ ਜਾਣ। ਲੋਕ ਪੀਸਫੁਲ ਲੜ ਰਹੇ ਨੇ, ਸ਼ਾਂਤਮਈ ਲੜ ਰਹੇ ਨੇ, ਇਸ ਲਈ ਬੀਜੇਪੀ ਨੂੰ ਆਪਣੇ ਪ੍ਰੋਗਰਾਮ ਰੱਦ ਕਰਨੇ ਚਾਹੀਦੇ ਨੇ। ਇਹੀ ਗੱਲ ਹਰਿਆਣੇ ਦੇ ਵਿੱਚ ਚੜੂਨੀ ਉਹਨਾਂ ਨੇ ਕਹੀ ਹੈ ਕਿ ਤੁਸੀਂ ਬੀਜੇਪੀ ਜਿੰਨਾ ਚਿਰ ਅੰਦੋਲਨ ਚੱਲ ਰਿਹਾ ਉਹਨਾਂ ਚਿਰ ਪਰ ਘਾਟ ਪੈਦਾ ਨਾ ਕੀਤੀ ਜਾਏ, ਪਰ ਬੀਜੇਪੀ ਹਰਿਆਣਾ 'ਚ ਵੀ ਜਾ ਰਹੀ ਹੈ, ਇਸ ਕਰਕੇ ਜਾ ਰਹੀ ਹੈ। ਉਹਨਾਂ ਦੇ ਐਮਪੀਆਂ ਦੇ ਤੇ ਚੀਫ ਮਿਨਿਸਟਰ ਦੇ, ਡਿਪਟੀ ਚੀਫ ਮਿਨਿਸਟਰ ਜਿੱਥੇ ਵੀ ਜਾਂਦਾ ਹੈ, ਅੱਜ ਵੀ 2-3 ਜਗ੍ਹਾ ਕਾਫੀ ਜ਼ਿਆਦਾ ਸਖਤ ਘਰਾਓ ਉਸ ਲੈਵਲ ਦੇ ਉੱਤੇ ਹੋਏ ਹੈ। ਤੇ ਚੀਫ ਮਿਨਿਸਟਰ ਦਾ ਕਰਨਾਲ 'ਚ ਵੀ ਹੋਇਆ, ਉਦੋਂ ਪਹਿਲਾਂ ਰੋਹਤਕ ਦੇ ਵਿੱਚ ਤਾਂ ਕਾਫੀ ਜ਼ਿਆਦਾ ਪੁਲਿਸ ਨੇ ਲਾਠੀਚਾਰਜ ਵੀ ਕੀਤਾ। ਇਹ ਸਾਰੀਆਂ ਜਿਹੜੀਆਂ ਚੀਜ਼ਾਂ ਵਾਪਰ ਰਹੀਆਂ ਨੇ, ਇਹਦਾ ਮਤਲਬ ਸਰਕਾਰ ਅਜੇ ਮੈਨਾ ਮਾਨੂ ਵਾਲੀ ਪੋਜੀਸ਼ਨ ਦੇ ਵਿੱਚ ਹੈ। ਤੇ ਦੂਜੀ ਗੱਲ ਇਹ ਹੈ ਕਿ ਕਿਸਾਨਾਂ ਨਾਲ ਟਕਰਾਅ ਜਦੋਂ ਲਗਾਤਾਰ ਵੱਧ ਰਿਹਾ ਹੁੰਦਾ ਹੈ ਤਾਂ ਸੁਸਾਇਟੀ 'ਤੇ ਪ੍ਰੈਸ਼ਰ ਲਗਾਤਾਰ ਵੱਧ ਰਿਹਾ ਹੈ। ਜਿਵੇਂ ਜਿਵੇਂ ਪ੍ਰੈਸ਼ਰ ਵੱਧ ਰਿਹਾ ਹੈ, ਉਹ ਨਿਰਾਸ਼ਤਾ ਵੀ ਪੈਦਾ ਹੁੰਦੀ ਹੈ। ਤਿਵੇਂ ਤਿਵੇਂ ਜਦੋਂ ਨਿਰਾਸ਼ਤਾ ਜ਼ਿਆਦਾ ਪੈਦਾ ਹੋ ਜਾਂਦੀ ਹੈ ਤਾਂ ਉਹ ਕਈ ਵਾਰ ਹਿੰਸਾ ਵੱਲ ਧੱਕ ਕੇ ਲੈ ਜਾਂਦੀ ਹੈ। ਔਰ ਅਜੇ ਮੈਨੂੰ ਤਾਂ ਲੱਗਦਾ ਹੈ ਕਿ ਬਹੁਤ ਬੜੇ ਹਿਰਦੇ ਨਾਲ ਕਿਸਾਨ ਅੰਦੋਲਨ ਚੱਲ ਰਿਹਾ। ਬਾਰ-ਬਾਰ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਆਪਾਂ ਸ਼ਾਂਤਮਈ ਰਹਿਣਾ ਹੈ, ਔਰ ਨਹੀਂ ਤਾਂ ਕਈ ਵਾਰ ਬੇਲਗਾਮ ਭੀੜ ਜਿਹੜੀ ਹੋ ਜਾਂਦੀ ਹੈ ਤੇ ਉਹ ਉਦੋਂ ਸੰਭਾਲੀ ਨਹੀਂ ਜਾਣੀ। ਇਸ ਲਈ ਸਰਕਾਰਾਂ ਨੂੰ ਇਸ ਗੱਲ 'ਤੇ ਆਉਣਾ ਪੈਣਾ ਹੈ ਕਿ ਉਹ ਗੱਲਬਾਤ ਦਾ ਸੱਦਾ ਦੇਣ, ਗੱਲਬਾਤ ਕਰਕੇ ਇਸ ਮਾਮਲੇ ਦਾ ਨਿਬੇੜਾ ਕਰਨ। ਇੰਨਾ ਲੰਮਾ ਅੰਦੋਲਨ ਹੋ ਚੁੱਕਿਆ ਤੇ ਹੋਰ ਅੰਦੋਲਨ ਲੰਮਾ ਕਰਨ ਦੀ ਜੇਕਰ ਕੋਸ਼ਿਸ਼ ਕੀਤੀ ਜਾਏਗੀ ਤਾਂ ਉਹਦੇ ਲਈ ਜ਼ਿੰਮੇਵਾਰੀ ਸਰਕਾਰ ਦੀ ਹੋਏਗੀ ਕਿ ਉਹ ਲੋਕਾਂ ਨੂੰ ਸ਼ਾਂਤਮਈ ਰਸਤੇ ਤੋਂ ਕਿਸੇ ਦੂਜੇ ਰਸਤੇ ਵੱਲ ਧੱਕ ਰਹੀ ਹੈ ਜ਼ਬਰਦਸਤੀ, ਆਪਣੀ ਭੂਮਿਕਾ ਨਹੀਂ ਨਿਭਾ ਰਹੀ। ਹਮੀਰ ਜੀ, ਜਦੋਂ ਦੇਸ਼ ਦੇ ਵਿੱਚ ਕਿਸਾਨ ਅੰਦੋਲਨ ਚੱਲ ਰਿਹਾ, ਉਸੇ ਦੌਰਾਨ 5 ਸੂਬਿਆਂ ਦੇ ਵਿੱਚ ਚੋਣਾਂ ਕਰਵਾਈਆਂ ਜਾ ਰਹੀਆਂ ਨੇ ਤੇ ਅੱਜ ਤੀਜੇ ਗੇੜ ਦੀ VOTING ਜਿਹੜੀ ਹੈ ਚੱਲ ਰਹੀ ਹੈ। ਅਸੀਂ ਜਾਣਨਾ ਚਾਹਾਂਗੇ ਅੱਜ ਦੀ VOTING ਕਿਸ ਤਰ੍ਹਾਂ ਦੀ ਰਹੀ ਹੈ, ਕਿ ਉੱਥੇ ਵੀ ਕੋਈ ਹਿੰਸਕ ਘਟਨਾ ਦੀ ਜਿਹੜੀ ਗੱਲ ਸਾਹਮਣੇ ਆਈ ਹੈ? 5 ਰਾਜਾਂ ਦੇ ਵਿੱਚ ਅੱਜ 4 ਦਾ ਤਾਂ ਨਿਬੜ ਗਿਆ ਕੰਮ, ਸਮਝ ਲਓ। ਤੇ ਅਸਾਮ 3 ਪੜਾਵਾਂ 'ਚ ਹੋਣੀ ਸੀ, ਅੱਜ ਲਾਸਟ ਪੜਾਅ ਹੈ। ਬਾਕੀ ਤਾਮਿਲਨਾਡੂ, ਕੇਰਲਾ 'ਚ ਤਾਂ ਇੱਕੋ ਹੀ ਪੜਾਅ ਹੈ ਤੇ ਪੁਡੂਚੇਰੀ ਦੇ ਵਿੱਚ ਤੇ ਸਾਰੇ ਜਗ੍ਹਾ ਹੋ ਗਿਆ। ਬੰਗਾਲ ਦੇ ਵਿੱਚ ਅਜੇ 5 ਪੜਾਅ ਹੋਰ ਰਹਿੰਦੇ ਨੇ, 3 ਪੜਾਅ ਹੋ ਰਹੇ ਨੇ। ਇਸੇ ਲਈ ਸਭ ਤੋਂ ਕਰੂਸ਼ਲ ਜਿਹੜੀ ਗੱਲ ਹੈ ਜਾਂ ਸਭ ਤੋਂ ਮੇਨ ਗੱਲ ਉਹ ਬੰਗਾਲ ਦੇ ਵਿੱਚ ਆਉਂਦੀ ਹੈ। ਹੁਣ ਲੋਕਾਂ ਦੇ ਜ਼ਿਹਨ ਦੇ ਵਿੱਚ ਦੂਰ ਬੈਠ ਕੇ ਵੀ ਉੱਥੇ ਵਾਲਿਆਂ ਦੇ ਤਾਂ ਦਿਮਾਗ ਦੇ ਵਿੱਚ ਹੋਣਗੇ, ਕਈ ਸਵਾਲ ਪੈਦਾ ਹੋ ਰਹੇ ਨੇ। ਇੱਕ ਸਵਾਲ ਇਹ ਪੈਦਾ ਹੋ ਰਿਹਾ ਕਿ ਇੱਕ ਬੀਜੇਪੀ ਦੇ ਲੀਡਰ ਦੀ ਗੱਡੀ ਦੇ ਵਿੱਚੋਂ EVM ਮਸ਼ੀਨ ਮਿਲ ਜਾਂਦੀ ਹੈ ਤੇ ਉੱਥੇ ਤੁਸੀਂ ਉਹ ਅਲੱਗ ਕਹਿ ਰਹੇ ਹੋ ਜੀ ਉਹਨਾਂ ਨੂੰ ਅਸੀਂ ਸਸਪੈਂਡ ਕਰ ਰਹੇ ਹਾਂ, ਜਾਂ ਇੱਕ ਮਿਲ ਗਈ, ਜਿਵੇਂ ਕਹਿੰਦੇ ਨੇ ਸੈਂਕੜੇ ਚੋਰੀਆਂ ਹੋ ਰਹੀਆਂ ਨੇ, ਇੱਕ ਚੋਰ ਫੜਿਆ ਗਿਆ ਤੇ ਉਹ ਚੋਰ ਬਣ ਜਾਂਦਾ, ਦੂਜੇ ਸਾਹਮਣੇ ਨਹੀਂ ਆਉਂਦੇ। ਜੇ ਇੱਕ EVM ਮਿਲ ਸਕਦੀ ਹੈ ਤਾਂ ਹੋ ਸਕਦਾ ਕਿੰਨੇ ਜਗ੍ਹਾ ਹੋਰ ਵੀ ਹੋਇਆ। ਇਹ ਸਵਾਲ ਤਾਂ ਸੁਭਾਵਿਕ ਹੈ ਉੱਠਣਾ, ਨਹੀਂ ਤਾਂ ਕੋਈ ਉਸ ਲੈਵਲ ਦੀ ਗੱਲ ਨਹੀਂ ਹੈ। ਇੱਕ ਹੋਰ ਸਾਹਮਣੇ ਕੱਲ੍ਹ ਖਬਰ ਸਾਹਮਣੇ ਆਈ ਹੈ ਕਿ ਵੋਟਾਂ 90 ਨੇ ਪੋਲਿੰਗ ਬੂਥ 'ਤੇ 171 ਪੋਲ ਹੋ ਜਾਂਦੀਆਂ ਨੇ। ਤੇ ਉਹਦੇ ਤੋਂ ਇਹ ਗੱਲ ਵੀ ਸਾਹਮਣੇ ਆਈ ਹੈ, ਸਵਾਲ ਉੱਠ ਰਿਹਾ ਕਿ ਇਹਦਾ ਮਤਲਬ ਅੰਦਰ ਵੜ ਕੇ ਤਾਕਤਵਰ ਲੋਕ ਆਪਣੇ ਢੰਗ ਨਾਲ ਦੱਬ ਰਹੇ ਹੋਣਗੇ ਉਹ ਜ਼ਿਆਦਾ ਤੋਂ ਜ਼ਿਆਦਾ, ਕਿਉਂਕਿ ਤੁਹਾਨੂੰ ਇਹ ਵੀ ਸੋਝੀ ਨਹੀਂ ਰਹੀ ਕਿ 100% ਤਾਂ ਚਲੋ ਕੋਈ ਨਾ ਕੋਈ ਮੰਨੇ ਲਵੇ, ਕਦੇ ਨਾ ਕਦੇ ਆ ਜਾਂਦੇ ਨੇ, ਹਾਲਾਂਕਿ 100% ਵੀ ਨਹੀਂ ਹੁੰਦੀ। ਤੁਸੀਂ ਉਦੋਂ ਵੀ ਵਧਾ ਦਿੰਦੇ ਹੋ, ਡਬਲ ਵਾਂਗ ਕਰ ਦਿੰਦੇ ਹੋ ਜਿਹੜੀਆਂ ਚੀਜ਼ਾਂ ਨੇ। ਇਹ ਸਵਾਲ ਚੋਣ ਕਮਿਸ਼ਨ ਦੀ ਨਿਰਪੱਖਤਾ 'ਤੇ, ਇਹ ਸਵਾਲ ਗੌਰਮੈਂਟ ਦੀ ਨੀਅਤ 'ਤੇ, ਗੌਰਮੈਂਟ ਆਫ ਇੰਡੀਆ ਦੀ ਨੀਅਤ 'ਤੇ, ਤੇ ਇਹ ਸਾਰੀਆਂ ਉਹਨਾਂ ਸਿਆਸੀ ਧਿਰਾਂ ਦੀ ਨੀਅਤ 'ਤੇ ਵੀ ਸ਼ੱਕ ਪੈਦਾ ਕਰਦੀਆਂ ਨੇ। ਇਸੇ ਕਰਕੇ ਬਹੁਤ ਵੱਡੇ ਪੱਧਰ 'ਤੇ ਆਵਾਜ਼ ਉੱਠਣ ਲੱਗੀ ਹੈ ਕਿ EVM ਨੂੰ ਬਦਲਣ ਦਾ ਸਵਾਲ ਹੈ, ਫਿਰ ਦੁਬਾਰਾ ਬੈਲਟ ਪੇਪਰ 'ਤੇ ਆਉਣ ਦਾ ਸਵਾਲ ਹੈ। ਪਹਿਲਾਂ ਤਾਂ ਲੋਕ ਕਹਿੰਦੇ ਸੀ ਕਿ EVM ਨਾਲ ਛੇੜਛਾੜ ਸੌਫਟਵੇਅਰ ਨਾਲ ਕਰਕੇ ਇੱਕ ਪਾਰਟੀ ਜਿੱਤ ਜਾਂਦੀ ਹੈ। ਹੁਣ ਲੋਕ ਕਹਿੰਦੇ ਨੇ ਉਹ ਛੇੜਛਾੜ ਨਹੀਂ ਵੀ ਹੁੰਦੀ ਤਾਂ ਉਹਦੇ ਵਿੱਚ EVM ਨੂੰ ਚੱਕ ਕੇ ਜਾਂ ਆਪਣੇ ਜ਼ਬਰਦਸਤੀ, ਜਿਵੇਂ ਪਹਿਲਾਂ ਵੋਟ ਬਕਸੇ ਲੁੱਟੇ ਜਾਂਦੇ ਸੀ, ਹੁਣ EVM ਜੇ ਲੁੱਟਣ ਦਾ ਰਸਤਾ ਪੈਦਾ ਹੋ ਰਿਹਾ ਤਾਂ ਵੀ ਫਿਰ ਇਹ ਜਮਹੂਰੀਅਤ ਦਾ ਜਿਹੜਾ ਇੱਕ ਬਹੁਤ ਵੱਡਾ ਕੁਐਸਚਨ ਸਾਡੇ ਸਾਹਮਣੇ ਪੈਦਾ ਹੋ ਰਿਹਾ। ਔਰ ਇਸੇ ਕਰਕੇ ਇਹ ਅਜੇ ਓਡੀ ਹਿੰਸਾ ਜਿਹੜੀ ਬੰਗਾਲ ਦੇ ਵਿੱਚ ਜਾਂ ਕਿਤੇ ਮਤਲਬ ਪਹਿਲਾਂ ਸੋਚੀ ਜਾ ਰਹੀ ਸੀ ਵੀ ਸ਼ਾਇਦ ਵੱਡੀ ਹੋਏ, ਉਸ ਲੈਵਲ ਦੀ ਹਿੰਸਾ ਤਾਂ ਨਹੀਂ ਪ੍ਰੈਕਟੀਕਲੀ ਦਿਖਾਈ ਦੇ ਰਹੀ। ਪਰ ਇਹ ਜਿਹੜੇ ਚਾਂਸ ਨੇ ਇਹ ਵਧਾ ਰਹੇ ਨੇ ਉਸ ਪਾਸੇ ਨੂੰ ਲੋਕਾਂ ਨੂੰ ਕਿ ਆਉਣ ਵਾਲੇ ਜਿਵੇਂ ਜਿਵੇਂ ਫਰਸਟ੍ਰੇਸ਼ਨ ਬੰਗਾਲ 'ਤੇ, ਕਿਉਂਕਿ ਬਹੁਤ ਜ਼ਿਆਦਾ ਸਖਤ ਟੱਕਰ ਹੈ ਤੇ ਉਸ ਟੱਕਰ ਦੇ ਵਿੱਚੋਂ ਜੇ ਕੇਂਦਰ ਸਰਕਾਰ ਹਰ ਹੀਲੇ ਜਿੱਤਣ ਦੀ ਗੱਲ 'ਤੇ ਲਾਈਨ 'ਤੇ ਲਏਗੀ ਤਾਂ ਅਗਲੇ ਜਿਹੜੇ ਪੜਾਅ ਬਚਦੇ ਨੇ ਤਾਂ ਇਹ ਖਦਸ਼ੇ ਪ੍ਰਗਟ ਕੀਤੇ ਜਾ ਰਹੇ ਨੇ। ਇਹਨਾਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਹਿੰਸਕ ਘਟਨਾਵਾਂ ਵੀ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਵੱਧ ਸਕਦੀਆਂ ਨੇ। ਔਰ ਇਹ ਦੇਸ਼ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਕਹਾਉਣ ਵਾਲਾ ਦੇਸ਼, ਜੇ ਪ੍ਰਧਾਨ ਮੰਤਰੀ ਤੇ ਦੇਸ਼ ਦਾ ਹੋਮ ਮਿਨਿਸਟਰ ਇੱਕੋ ਸਟੇਟ ਨੂੰ ਆਪਦੀ ਸਾਰੀ ਛਵੀ ਦਾਅ 'ਤੇ ਲਾ ਦੇਣ ਤਾਂ ਉਹ ਐਡੇ ਵੱਡੇ ਸਟੇਟ ਦੇ ਦੇਸ਼ ਦੇ ਵਿੱਚ ਕਿਸ ਲੈਵਲ ਦੀ ਪ੍ਰਧਾਨਗੀ, ਕਿਸ ਲੈਵਲ ਦੀ ਹੋਮ ਮਿਨਿਸਟਰੀ ਕਰ ਰਹੇ ਨੇ, ਮੈਨੂੰ ਲੱਗਦਾ ਇਹ ਵੀ ਸਵਾਲੀਆ ਨਿਸ਼ਾਨ ਹੈ। ਇਸ ਲਈ ਸਟੇਟਾਂ ਦੀਆਂ ਆਪਣੇ ਢੰਗ ਨਾਲ ਚੋਣਾਂ ਹੋਣੀਆਂ ਚਾਹੀਦੀਆਂ ਨੇ। ਲੋਕਾਂ ਨੂੰ ਨਿਰਪੱਖਤਾ ਦਾ ਸਵਾਲ ਹੈ। ਨਿਰਪੱਖਤਾ ਉਦੋਂ ਹੀ ਹੁੰਦੀ ਹੈ ਜਦੋਂ ਲੋਕਾਂ ਨੂੰ ਸੋਚਣ ਦਾ ਮੌਕਾ ਦਿਓ ਤੇ ਆਪਣੇ ਢੰਗ ਨਾਲ ਵੋਟ ਪਾ ਸਕਣ। ਤੇ ਜਦੋਂ ਤੁਸੀਂ ਉਹਨੂੰ
ਧਰਮ ਦੇ ਆਧਾਰ ਤੇ ਵੰਡਦੇ ਹੋ, ਜਾਤ ਦੇ ਆਧਾਰ ਤੇ ਵੰਡਦੇ ਹੋ, ਲੋਕਾਂ ਦੇ ਵਿੱਚ ਇੱਕ ਇਸ ਲੈਵਲ ਦੀ ਨਫ਼ਰਤ ਪੈਦਾ ਕਰਦੇ ਹੋ, ਫੁੱਟ ਪੈਦਾ ਕਰਦੇ ਹੋ, ਤਾਂ ਇਹ ਚੋਣਾਂ ਦੀ ਜਿਹੜਾ ਉਸ ਲੈਵਲ ਦਾ ਕੋਡ ਆਫ ਕੰਡਕਟ ਹੈ ਉਹਦਾ ਵੀ ਉਲੰਘਣ ਹੈ ਤੇ ਇਹ ਜਮਹੂਰੀਅਤ ਦੇ ਅਸੂਲ ਦਾ ਵੀ ਉਲੰਘਣ ਹੈ। ਇਹ ਰਾਜਾਂ ਦੀਆਂ ਚੋਣਾਂ ਦੇਸ਼ ਦੇ ਭਵਿੱਖ ਦੇ ਬਾਰੇ ਕਈ ਸੰਕੇਤ ਦੇਣਗੀਆਂ, ਇਹਦੇ ਨਤੀਜੇ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫੇਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।